ਫਸਟ ਆਫ ਆਲ ਤੇ ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ ਯੂਕੇ ਦੀ ਧਰਤੀ ਤੇ। ਧੰਨਵਾਦ ਜੀ। ਤੇ ਤੁਹਾਡੇ ਗਾਣੇ ਸੁਣ ਕੇ ਅਸੀਂ ਕੀ ਸਾਡੀ ਸਾਰੀ ਆਡੀਅנס ਵੀ ਜਿਹੜੇ ਸਾਡੇ ਲਿਸਨਰ ਆ ਬਹੁਤ ਮਹਿਸੂਸ ਹੁੰਦੇ ਨੇ, ਉਹਨਾਂ ਨੂੰ ਚੰਗਾ ਲੱਗਦਾ ਹੈ। ਧੰਨਵਾਦ ਜੀ। ਤੁਸੀਂ ਦੱਸੋ ਕਿ ਤੁਹਾਨੂੰ ਯੂਕੇ ਦੇ ਵਿੱਚ ਆ ਕੇ ਕਿਵੇਂ ਲੱਗਿਆ? ਮੈਨੂੰ ਯੂਕੇ ਬਹੁਤ ਸੋਹਣਾ ਲੱਗ ਰਿਹਾ ਹੈ। ਅੱਛਾ। ਯੂਕੇ ਦੇ ਲੋਕ ਵੀ ਬਹੁਤ ਸੋਹਣੇ ਨੇ, ਯੂਕੇ ਦਾ এনवायरमेंट ਬਹੁਤ ਸੋਹਣਾ ਹੈ, ਆਰਕੀਟੈਕਚਰ ਬਹੁਤ ਸੋਹਣਾ ਹੈ, ਗ੍ਰੀਨਰੀ ਬਹੁਤ ਵਧੀਆ ਹੈ। ਤੇ ਮੇਰੇ ਦਿਮਾਗ 'ਚ ਬਸ ਚੱਲੀ ਜਾਂਦੀ ਹੈ ਸ਼ਸ਼ੂ ਪੰਜ ਜੀ ਕਿ ਆਸਟ੍ਰੇਲੀਆ ਜ਼ਿਆਦਾ ਸੋਹਣਾ ਕਿ ਯੂਕੇ ਜ਼ਿਆਦਾ ਸੋਹਣਾ। ਅੱਛਾ। ਸਕਾਟਲੈਂਡ ਜਾਇਆ ਹੈ ਨਾ, ਤੇ ਉੱਥੋਂ ਵੀ ਵਧੀਆ ਲੱਗਿਆ। ਇਹ ਮੈਂ ਵੀ ਠੀਕ ਸੀਗਾ, ਵਧੀਆ ਸੀ ਬਰਮਿੰਘਮ। ਹਾਂਜੀ, ਬਹੁਤ ਸ਼ੁਕਰੀਆ ਤੁਹਾਡਾ। ਤੇ ਪਾਕਿਸਤਾਨੀ ਸਿੰਗਰ ਦੇ ਨਾਲ ਤੁਸੀਂ ਗਾਣਾ ਕੀਤਾ ਸੀ ਨਾ ਗੱਲਾਂ ਦਿਲ ਦੀਆਂ, ਰੀਸੈਂਟਲੀ ਸਨਮ ਮਾਰਵੀ ਜੀ ਦੇ ਨਾਲ। ਪਹਿਲਾਂ ਤੇ ਦੱਸੋ ਕਿਵੇਂ ਲੱਗਿਆ ਤੁਹਾਨੂੰ ਕੰਮ ਕਰਕੇ ਉਹਨਾਂ ਦੇ ਨਾਲ? ਉਹ ਜਿੰਨੇ ਵਧੀਆ ਆਰਟਿਸਟ ਨੇ ਉਨੇ ਵਧੀਆ ਇਨਸਾਨ ਨੇ। ਸਾਨੂੰ ਉੱਥੇ ਕਿਉਂਕਿ ਕੈਨੇਡਾ ਸ਼ੋਅ ਕਰ ਰਹੇ ਸੀ, ਦੋਵੇਂ ਜਣੇ ਅਸੀਂ ਇਕੱਠੇ। ਉੱਥੇ ਜਦੋਂ ਮੁਲਾਕਾਤ ਹੋਈ ਤਾਂ ਜਿਵੇਂ ਗੱਲਾਂ ਬਾਤਾਂ ਹੋਈ ਗਈਆਂ ਜੀ, ਤੇ ਜਦੋਂ ਇਨਸਾਨ ਵਧੀਆ ਲੱਗਿਆ ਮੈਨੂੰ, ਫਿਰ ਮੈਂ ਸੋਚਿਆ ਕਿ ਆਰਟਿਸਟ ਵਧੀਆ ਬਹੁਤ ਹੁੰਦੇ ਨੇ, ਇਨਸਾਨ ਨਾਲ ਜ਼ਿਆਦਾ ਵਧੀਆ ਹੋਣਾ ਉਹ ਮੇਰੇ ਲਈ ਜ਼ਿਆਦਾ ਮੈਟਰ ਕਰਦਾ। ਤੇ ਜਦੋਂ ਫਿਰ ਅਸੀਂ ਕੀਤਾ, ਕਿਉਂਕਿ ਮੈਨੂੰ ਇੰਡੀਆ ਤੋਂ ਕਈ ਜਣਿਆਂ ਨੇ ਆਲਰੇਡੀ ਕਹਿ ਰੱਖਿਆ ਸੀ ਕਿ ਜੇ ਕਦੇ ਵੀ ਹੋ ਸਕਿਆ ਤਾਂ ਸਨਮ ਜੀ ਨਾਲ ਜ਼ਰੂਰ ਗਾਣਾ ਕਰਿਓ। ਅੱਛਾ। ਤਾਂ ਫਿਰ ਅਸੀਂ ਕਰਤਾ ਜੀ, ਸਾਨੂੰ ਬਹੁਤ ਵਧੀਆ ਲੱਗਿਆ। ਥੈਂਕ ਯੂ। ਤੇ ਹੋਰ ਫਿਊਚਰ ਦੇ ਵਿੱਚ ਕਿਸੇ ਪਾਕਿਸਤਾਨੀ ਸਿੰਗਰ ਦੇ ਨਾਲ ਤੁਹਾਡੇ ਮਾਈਂਡ ਵਿੱਚ ਹੈ ਕਿ ਗਾਣਾ ਮੈਂ ਬਣਾਵਾਂ? ਮੇਰੇ ਕਾਫੀ ਪਲਾਨਸ ਹੁੰਦੇ ਨੇ, ਬਸ ਮੈਂ ਦੱਸਦਾ ਨਹੀਂ ਹੁੰਦਾ। ਉਹ ਮੇਰੀ ਮੰਮੀ ਨੇ ਕਿਹਾ ਹੋਇਆ ਕਿ ਦੱਸ ਕੇ ਨਾ ਕਰਿਆ ਕਰ, ਕਰਕੇ ਦੱਸਿਆ ਕਰ। ਸਹੀ ਗੱਲ ਹੈ, ਵੈਰੀ ਨਾਈਸ ਨਸੀਹਤ ਹੈ ਤੁਹਾਡੀ ਮੰਮੀ ਜੀ ਦੀ। ਜਿਸ ਤਰ੍ਹਾਂ ਕਿ ਤੁਸੀਂ ਦੇਖ ਕੇ ਪਹਿਲਾਂ ਨੇਚਰ ਦੇ ਬਹੁਤ ਕਰੀਬ ਹੋ, ਹੈ ਨਾ, ਤੇ ਤੁਸੀਂ ਪਹਿਲਾਂ ਸੋਚਦੇ ਹੋ, ਮਾਈਂਡ ਵਿੱਚ ਬਣਾਉਂਦੇ ਰਹਿੰਦੇ ਹੋ, ਫਿਰ ਲਿਖਦੇ ਹੋ, ਫਿਰ ਰਿਕਾਰਡ ਕਰਦੇ ਹੋ, ਹੈ ਨਾ। ਤੇ ਯੂਕੇ ਦੀ ਧਰਤੀ ਤੇ ਆ ਕੇ ਦੇਸੀਆਂ ਪਰਦੇਸੀਆਂ ਨੂੰ ਵੇਖ ਕੇ ਤੁਹਾਡੇ ਜ਼ਿਹਨ ਵਿੱਚ ਕੁਝ ਹਾਲੇ ਤੱਕ ਬਣਿਆ ਕਿ ਇਹ ਮੈਂ ਜ਼ਰੂਰ ਬਣਾਉਣਾ ਤੇ ਰਿਕਾਰਡ ਕਰਨਾ? ਉਹੀ ਆਈਡੀਆਜ਼ ਬਹੁਤ ਨੇ ਜੀ। ਜਦੋਂ ਉਹਨਾਂ ਚੋਂ ਕੋਈ ਫਾਈਨਲ ਹੋਊਗਾ, ਕੋਈ ਮੈਂ ਬਹੁਤ ਚੂਜ਼ੀ ਹਾਂ ਲਾਈਨਸ ਦੇ ਮਾਮਲੇ 'ਚ, ਸ਼ਬਦਾਂ ਦੇ ਮਾਮਲੇ 'ਚ, ਕਿ ਜਦੋਂ ਕੋਈ ਗਾਣਾ ਲਿਖਦਾ ਹੁੰਦਾ ਮੈਂ ਆਪਣੇ ਗਾਣੇ ਰਿਜੈਕਟ ਵੀ ਬਹੁਤ ਕਰਦਾ। ਕਈ ਵਾਰ ਲਿਖ ਕੇ ਪਾੜ ਫੋੜ ਕੇ ਸਿੱਟ ਦਈਦੇ ਨੇ ਜਾਂ ਰਿਜੈਕਟ ਕਰ ਦਿੰਦੇ ਨੇ। ਤਾਂ ਉਵੇਂ ਜਦੋਂ ਕੋਈ ਫਾਈਨਲਾਈਜ਼ ਹੋ ਜਾਊਗਾ, ਇੱਕ ਜਿਹੜਾ ਮੈਨੂੰ ਉਮੀਦ ਹੋਵੇ ਕਿ ਪਸੰਦ ਆਊਗਾ, ਮਤਲਬ ਅਸੀਂ ਉਮੀਦ ਰੱਖੀ ਕਿ ਕੁਝ ਨਾ ਕੁਝ ਹੋਏਗਾ। ਬਿਲਕੁਲ ਬਿਲਕੁਲ ਇਸ ਬਾਰੇ ਵਿੱਚ, ਕਿਉਂਕਿ ਤੁਸੀਂ ਇੰਗਲੈਂਡ ਦੀ ਧਰਤੀ ਤੇ ਆਏ ਹੋ ਤੇ ਲੱਗਦਾ ਤੁਹਾਡਾ ਦਿਲ ਲੱਗ ਗਿਆ ਇੱਥੇ। ਹਾਂਜੀ। ਅੱਛਾ, ਲੋਕਡਾਊਨ ਦੇ ਨਾਲ ਤੁਸੀਂ ਪਹਿਲੀ ਵਾਰੀ ਇੱਥੇ ਆਏ ਹੋ, ਇਹਨਾਂ ਦੇ ਬਹੁਤ ਧਿਆਨ ਤੇ ਰੱਖਿਆ ਹੋਣਾ, ਤੁਹਾਡਾ ਖਿਆਲ ਰੱਖਿਆ ਹੋਣਾ ਹੈ। ਪਰ ਤੁਹਾਨੂੰ ਕਿਵੇਂ ਲੱਗਿਆ? ਇਹਨਾਂ ਦੇ 2 ਪ੍ਰੋਗਰਾਮ ਹੋ ਚੁੱਕੇ, ਤੁਹਾਡਾ ਆਪਣਾ ਕੀ ਥੋਟਸ ਨੇ ਔਰ ਅੱਜ ਦੇ ਬਾਰੇ 'ਚ ਕੀ ਉਮੀਦਾਂ ਨੇ ਤੁਹਾਡੀਆਂ? ਦੇਖੋ, ਲੰਡਨ ਦੇ ਵਿੱਚ ਜਿੰਨਾ ਰਿਸਪੌਂਸ ਆਇਆ ਨਾ, ਉਹ ਜਦੋਂ ਮੈਂ ਕਿਸੇ ਨਵੀਂ ਕੰਟਰੀ ਜਾਂਦਾ ਹੁੰਦਾ ਕਿ ਮੈਂ ਉਹ ਆਰਟਿਸਟ ਨਹੀਂ ਹੈਗਾ ਜਿਹਨੂੰ ਪਹਿਲੀ ਵਾਰ ਬਹੁਤ ਪਿਆਰ ਮਿਲੂਗਾ, ਉਸ ਤੋਂ ਬਾਅਦ ਘਟਦਾ ਜਾਂਦਾ। ਮੈਂ ਆਪਣੇ ਆਪ ਨੂੰ ਉਵੇਂ ਲੈ ਕੇ ਚੱਲਦਾ ਕਿ ਪਹਿਲੀ ਵਾਰ ਘੱਟ ਮਿਲੂਗਾ, ਉਸ ਤੋਂ ਬਾਅਦ ਵੱਧਦਾ ਜਾਂਦਾ। ਸਹੀ ਗੱਲ। ਪਰ ਜਿਵੇਂ ਹੀ ਲੰਡਨ ਦਾ ਪਹਿਲਾ ਹੀ ਰਿਸਪੌਂਸ ਮੈਨੂੰ ਬਹੁਤ ਜ਼ਿਆਦਾ ਸੋਹਣਾ ਮਿਲਿਆ, ਹੈ ਨਾ, ਉਸ ਤੋਂ ਬਾਅਦ ਜਿਵੇਂ ਹੁਣ ਬਰਮਿੰਘਮ ਵੀ ਦੇਖ ਕੇ ਆਏ ਹਾਂ, ਕੁਝ ਚੀਜ਼ਾਂ ਜਿਵੇਂ ਵੈਨਿਊ ਚੇਂਜ ਹੋ ਜਾਣਾ ਜਾਂ ਫਿਰ ਕਿਤੇ ਰੋਡ ਕਲੋਜ਼ਰ ਹੋ ਜਾਣਾ, ਕੁਝ ਲੋਕ ਨਹੀਂ ਪਹੁੰਚ ਪਾਉਂਦੇ, ਪਰ ਫਿਰ ਵੀ ਉਹਦੇ ਬਾਵਜੂਦ ਵੀ ਸਾਰਾ ਕੁਝ ਠੀਕ ਹੋ ਜਾਣਾ, ਹੈ ਨਾ ਜੀ। ਤੇ ਮੇਰੇ ਲਈ ਅਨਐਕਸਪੈਕਟਡ ਸੀ ਇਹ। ਠੀਕ। ਤੇ ਅੱਜ ਦੀ ਸ਼ਾਮ ਬਾਰੇ ਕੀ ਐਕਸਪੈਕਟੇਸ਼ਨ ਨੇ? ਕਿਉਂਕਿ ਬ੍ਰੈਡਫੋਰਡ ਵਾਲੇ ਤੇ ਬਹੁਤ ਪਿਆਰ ਕਰਦੇ ਨੇ ਕਾਕਾ ਜੀ ਨੂੰ। ਮੈਂ ਕੋਈ ਐਕਸਪੈਕਟੇਸ਼ਨ ਲੈ ਕੇ ਨਹੀਂ ਚੱਲਦਾ। ਪਹਿਲਾਂ ਹੀ ਮੈਂ ਕੁਝ ਐਕਸਪੈਕਟ ਕਰ ਲਓ ਤਾਂ ਕਹਿੰਦੇ ਨਹੀਂ, ਉਮੀਦਾਂ ਹੀ ਬੰਦੇ ਨੂੰ ਮਾਰ ਦਿੰਦੀਆਂ ਨੇ ਕਈ ਵਾਰੀ। ਦੇਖਦੇ ਹਾਂ ਕੀ ਬਣਦਾ ਜੀ। ਚਲੋ ਠੀਕ ਹੈ। ਇੱਕ ਹੋਰ, ਕਿਉਂਕਿ ਪਾਕਿਸਤਾਨੀ ਸਾਡੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਪਾਕਿਸਤਾਨ ਦੀ ਗੱਲ ਕਰ ਰਹੇ ਹਾਂ, ਹੈ ਨਾ, ਤੇ ਉੱਥੇ ਤੇ ਤੁਹਾਨੂੰ ਪਤਾ ਹੀ ਹੋਣਾ ਕਿ ਕਾਕਾ ਜੀ ਤੇ ਬਣੇ ਹੋਏ ਨੇ ਕਿ ਤੁਹਾਨੂੰ ਇਨਸਪਾਇਰਡ ਕਰਕੇ, ਹੈ ਨਾ, ਹੋ ਕੇ। ਤੇ ਕਿਹੜੇ ਫਿਊਚਰ ਦੇ ਵਿੱਚ ਅਸੀਂ ਉਮੀਦ ਰੱਖੀ ਕਿ ਕਾਕਾ ਜੀ ਪਾਕਿਸਤਾਨ ਵੀ ਜਾਣਗੇ ਆਪਣੇ ਚਾਹਣ ਵਾਲਿਆਂ ਵਾਸਤੇ? ਹਾਂਜੀ, ਮੈਂ ਸੋਚ ਰਿਹਾ ਕਿ ਜਿਵੇਂ ਹੁਣ ਮੇਰਾ ਮੇਨ ਕੰਟਰੀਜ਼ ਮੈਂ ਕਵਰ ਕਰ ਲਈਆਂ ਸ਼ੋਜ਼ ਦੀਆਂ, ਹੈ ਨਾ। ਕੈਨੇਡਾ ਹੋ ਚੁੱਕਿਆ, ਆਸਟ੍ਰੇਲੀਆ ਹੋ ਗਿਆ, ਤੇ ਯੂਕੇ ਵੀ ਹੋ ਗਿਆ। ਹੁਣ ਇਹ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਪਲੈਨਡ ਹੈ। ਉਹ ਤੋਂ ਬਾਅਦ ਮੈਨੂੰ ਲੱਗਦਾ ਕਿ 2024 ਦੇ ਐਂਡ ਤੱਕ ਮੈਂ ਆਪਣਾ ਸਾਰਾ ਮੈਕਸਿਮਮ ਜੋ ਕਵਰ ਕਰ ਲੂੰਗਾ। ਉਸ ਤੋਂ ਬਾਅਦ 2024 ਦੇ ਐਂਡ ਦੇ ਵਿੱਚ ਜਾਂ ਫਿਰ 25 ਦੀ ਸ਼ੁਰੂਆਤ ਦੇ ਵਿੱਚ ਮੈਂ ਪਾਕਿਸਤਾਨ ਸ਼ੋਅ ਲਾਉਣ ਆ ਹੀ ਜਾਣਾ, ਇਨਸ਼ਾਅੱਲਾ। ਹਾਂ, ਠੀਕ ਹੈ। ਬਹੁਤ ਸ਼ੁਕਰੀਆ ਤੁਹਾਡਾ ਕਾਕਾ ਜੀ, ਆਪਣਾ ਕੀਮਤੀ ਵਕਤ ਸਾਨੂੰ ਦੇਣ ਵਾਸਤੇ। ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੀ, ਲੋਕਡਾਊਨ ਪ੍ਰਮੋਸ਼ਨ ਔਰ ਜਜ਼ਬਾ ਐਂਟਰਟੇਨਮੈਂਟ ਦੇ ਨਾਲ ਤੁਹਾਨੂੰ ਕੰਮ ਕਰਕੇ ਕਿਸ ਤਰ੍ਹਾਂ ਲੱਗਿਆ? ਅਸੀਂ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਤੁਹਾਨੂੰ ਯੂਕੇ ਦੇ ਵਿੱਚ ਲੈ ਕੇ ਆਏ ਤੇ ਸਾਡੇ ਰੂਬਰੂ ਕੀਤਾ, ਤੇ ਤੁਹਾਨੂੰ ਅਸੀਂ ਸੁਣਦੇ ਵੀ ਹਾਂ ਔਰ ਵੇਖ ਵੀ ਰਹੇ ਹਾਂ। ਪਰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਉਹ ਪ੍ਰਮੋਟਰਸ ਨੇ ਜਿਨ੍ਹਾਂ ਨੇ ਬਾਕੀ ਜਿਹੜੇ ਮੇਰੇ ਫਿਊਚਰ ਪ੍ਰਮੋਟਰਸ ਨੇ ਉਹਨਾਂ ਲਈ ਚੈਲੰਜ ਸਾਬਿਤ ਹੋ ਚੁੱਕੇ ਨੇ। ਬਹੁਤ ਸ਼ੁਕਰੀਆ। ਸਾਡੇ ਸੁਣਨ ਵਾਲਿਆਂ ਵਾਸਤੇ ਲਾਸਟ ਤੁਸੀਂ ਕੀ ਪੈਗਾਮ ਦਿਓਗੇ ਜਿਹੜੇ ਕਾਕਾ ਜੀ ਨੂੰ ਚਾਹੁੰਦੇ ਨੇ, ਪਿਆਰ ਕਰਦੇ ਨੇ? ਜਿਵੇਂ ਚਾਹੁੰਦੇ ਹੋ ਉਵੇਂ ਚਾਹੁੰਦੇ ਰਹੋ, ਤੇ ਜਿਵੇਂ ਮੇਰੇ ਸ਼ੋਅਜ਼ ਚਾਹੁੰਦੇ ਹੋ ਉਵੇਂ ਆਉਂਦੇ ਰਹੋ, ਹੱਸਦੇ ਰਹੋ, ਹਸਾਉਂਦੇ ਰਹੋ। ਬਹੁਤ ਬੈਸਟ ਵਿਸ਼ੇਸ ਤੁਹਾਡੇ ਫਿਊਚਰ ਦੇ ਵਾਸਤੇ। ਥੈਂਕ ਯੂ, ਬਹੁਤ ਸ਼ੁਕਰੀਆ। ਵੇਲਾ ਹੀ ਬੈਠਾ ਸੀ ਨੀ ਮੈਂ ਪੂਰੇ ਸਾਲ ਤੋਂ, ਤੇਰਾ ਪੈ ਗਿਆ ਭੁਲੇਖਾ, ਹੁਣ ਗੀਤ ਬਣੂਗਾ।